रेट घटिया सी 2000 रुपये टन। बिल्कुल आप क्यों नहीं खंडन किया भी ये बंदा झूठ बोल रहा है। ਅਸੀਂ ਮੰਤਰੀਆਂ ਸੰਤੇ ਨੂੰ ਵਧੀਆ ਪਤਾ ਦੇਤੇ ਪਰ ਸਾਡੇ ਤੇਲ ਦੇ ਰੇਟ ਨਹੀਂ ਵਧੇ ਹਲੇ ਉਹ ਵੀ ਦੀ ਮੀਟਿੰਗ ਹੋਈ ਹੈ ਕੀ ਫੈਸਲਾ ਲਿਆ ਗਿਆ ਰਾ ਮਟੀਰੀਅਲ ਨੂੰ ਜਿਹੜਾ ਲੈ ਕੇ ਦੇਖੋ ਅੱਜ ਜਿਹੜੀ ਮੀਟਿੰਗ ਹੋਈ ਆ ਤੁਹਾਨੂੰ ਪਤਾ ਵੀ ਸਟੀਲ ਦੀ ਪ੍ਰਾਈਸ ਇੰਨੀ ਜ਼ਿਆਦਾ ਵੱਧ ਗਈ ਆ ਤਕਰੀਬਨ 80-85 ਰੁਪਏ ਸ਼ੀਟ ਹੋ ਗਈ ਹੈ ਜਿਹੜੀ ਕਿ 15 ਰੁਪਏ ਕਿਲੋ ਵੱਧ ਗਿਆ ਰੇਟ 15 ਰੁਪਏ ਕਿਲੋ ਰੇਟ ਵਧਣ ਦੇ ਨਾਲ देखो जद कि साढ़े को आयरन और स्टील जो जितो स्टील बनता वा आयरन और सरप्लस आ लेबर साढ़े को सरप्लस आ बिजली सरप्लस आ बावजूद भी 15 रुपये किलो रेट बढ़ गया और स्टील का रेट नहीं बढ़िया नाल रेट बढ़ गया निकल जिंक ਜਿਹੜੀਆਂ ਹੋਰ ਸਾਡੀ ਕੰਜ਼ਿਊਮੇਬਲ ਆਈਟਮਾਂ ਵਾ ਉਹਨਾਂ ਦਾ ਰੇਟ ਵੱਧ ਗਿਆ। ਅੱਜ ਨਿਕਲ ਦੇਖੋ ਕੱਲ ਨਿਕਲ 7000 रुपये पर केजी हो गया ਜਿਹੜਾ कि 1800 रुपये किलो ਸੀਗਾ ਉਹ 7000 रुपये हो गया। ਨਿਕਲ ਜਿੰਕ ਹੋਰ ਜਿਹੜੇ ਸਾਡੇ ਕੈਮੀਕਲ ਲੱਗਦੇ ਉਹਨਾਂ ਦੀ ਸਭ ਦੀ ਪ੍ਰਾਈਸ ਇਨਕਰੀਜ਼ ਹੋ ਗਈ। ਸੋ ਅੱਜ ਅਸੀਂ ਜਿਹੜੀ ਮੀਟਿੰਗ ਕੀਤੀ ਆ ਉਹਦੇ ਵਿੱਚ ਇਹੀ ਸਾਡਾ ਮਕਸਦ ਆ ਵੀ ਇਦਾਂ ਜਿੱਦਾਂ ਕੰਮ ਚੱਲ ਰਿਹਾ ਵਾ ਸਾਡੀ ਇੰਡਸਟਰੀ ਦਾ ਬਾਈਸਾਈਕਲ ਇੰਡਸਟਰੀ ਜੋ MSME ਇੰਡਸਟਰੀ ਆ ਉਹ ਇਦਾਂ ਨਹੀਂ ਕੰਮ ਕਰ ਸਕਦੀ ਕਿ 15 ਰੁਪਏ ਕਿਲੋ ਰੇਟ ਵੱਧ ਗਿਆ। ਇਹ ਗੌਰਮੈਂਟ ਦਾ ਕੋਈ ਕੰਟਰੋਲ ਨਹੀਂ ਸਾਡੇ ਸਟੀਲ ਦੇ ਉੱਪਰ ਔਰ ਸਾਨੂੰ ਬੇਵਕੂਫ ਬਣਾਈ ਜਾ ਰਹੀ ਹੈ MSME ਇੰਡਸਟਰੀ ਨੂੰ। ਅੱਜ ਅਗਰ ਇੰਡਸਟਰੀ ਅਸੀਂ ਅੱਜ ਸਾਰੇ ਇਕੱਠੇ ਹੋ ਕੇ 2 दिन बाद असी क्योंकि कल रिजल्ट आना वा परसों असी बहुत बड़े सारी एसोसीएशन इकट्ठे हो के एक धरना मार रहे हैं ताकि जोड़ा गौरमेंट को हिलाइए और जी अपनी MSME इंडस्ट्री को बचाइए। अदरवाइज आने वाले टाइम के जी साडी छोटी इंडस्ट्री है ये लुधियाना एक छोटी इंडस्ट्री का बेस आ वो बिल्कुल खत्म हो जाऊगा। गौरमेंट ने साडा पट्ठा बढ़ाता ना साडा सानू काम करने दिल करता ना फैक्ट्री जाने को दिल करता बिल्कुल ही सानू इन्वायरमेंट इन्ना गंदा हो गया। साडा काम चलो पैसे साडे कोल लेबर को देने वास्ते है नहीं आ 7 तरीक लंघी आ हले तक ਅਸੀਂ ਆਪਣੀ ਲੇਬਰ ਨੂੰ ਪੈਸੇ ਨਹੀਂ ਦਿੱਤੇ। ਇਲੈਕਸ਼ਨ ਤੋਂ ਪਹਿਲਾਂ ਬੀਜੇਪੀ ਦੇ ਵੱਡੇ ਲੀਡਰ ਜਿਹੜੇ ਨੇ ਵਿਦੇਸ਼ ਮੰਤਰੀ ਕੇਂਦਰੀ ਮੰਤਰੀ ਜਿਹੜੇ ਇੱਥੇ ਆਂਦੇ ਰਹੇ ਨੇ ਉਹ ਇਹੀ ਕਹਿੰਦੇ ਰਹੇ ਨੇ ਕਿ ਇੰਡਸਟਰੀ ਲਈ ਅਸੀਂ ਕੋਈ ਨਾ ਕੋਈ ਕਦਮ ਚੱਕਾਂਗੇ ਪਰ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਉਹ ਤਾਂ ਅਗਰ ਬੀਜੇਪੀ ਸਰਕਾਰ ਉਹਨਾਂ ਦੀ ਸੀਗੀ ਉਹਨਾਂ ਨੂੰ ਚਾਹੀਦਾ ਸੀ। ਦੇਖੋ ਜਿਹੜੇ ਪਿੱਛੇ ਆਏ ਸੀ ਇੱਥੇ ਸਟੀਲ ਇੰਡਸਟਰੀ ਨਾਲ ਰਿਲੇਟਡ ਜਿਹੜੇ ਮਿਨਿਸਟਰ ਆਏ ਸੀਗੇ ਅਸੀਂ ਵੀ ਮੀਟਿੰਗ ਦੇ ਵਿੱਚ ਗਏ ਸੀ ਉਹਨਾਂ ਨੇ ਸਾਨੂੰ ਵਾਅਦਾ ਕੀਤਾ ਸੀ ਤੁਹਾਨੂੰ 2000 ਰੁਪਏ ਟਨ ਤੁਹਾਡਾ ਰੇਟ ਘਟਾ ਦਾਂਗੇ। ਉਹ ਸਿਰਫ ਕੀ ਸੀਗਾ ਕਿਉਂਕਿ ਇਲੈਕਸ਼ਨ ਜੁਮਲਾ ਸੀਗਾ ਇਲੈਕਸ਼ਨ ਨਿਕਲ ਗਏ ਹੁਣ ਸਾਨੂੰ ਪੁੱਛਦੇ ਨਹੀਂ ਨਾ ਸਾਡੇ ਫੋਨ ਚੁੱਕਦੇ ਆ। ਸੋ ਅਸੀਂ ਸਾਰੇ ਦੁਖੀ ਹੋ ਕੇ ਸਾਰੇ ਇੰਡਸਟਰੀ ਸਾਡੀ ਏਡੀਆਂ ਦੀ ਹਾਲਤ ਖਰਾਬ ਹੋ ਗਈ ਹੈ। ਸਾਡੇ ਬੱਚੇ ਸਾਨੂੰ ਪੁੱਛਦੇ ਆ ਵੀ ਤੁਸੀਂ ਸਾਨੂੰ ਕਿਹੜੇ ਕੰਮ ਦੇ ਵਿੱਚ ਪਾ ਦਿੱਤਾ ਉਹ ਇੱਥੋਂ ਬਾਹਰ ਭੱਜੀ ਜਾ ਰਹੇ ਆ। ਸੋ ਅਸੀਂ ਸਾਰੇ ਅੱਜ ਇਕੱਠੇ ਹੋ ਕੇ ਸਾਰੇ ਇੰਡਸਟਰੀਅਲਿਸਟ ਜਿੰਨੀਆਂ ਐਸੋਸੀਏਸ਼ਨ ਹੋਰ ਵੀ ਲੁਧਿਆਣੇ ਦੀਆਂ ਈਵਨ ਜਲੰਧਰ ਤੋਂ ਵੀ ਸਾਨੂੰ ਫੋਨ ਆ ਰਹੇ ਆ ਅੰਮ੍ਰਿਤਸਰ ਤੋਂ ਵੀ ਫੋਨ ਆ ਰਹੇ ਆ। ਕੱਲ ਦਾ ਦਿਨ ਵੇਟ ਕਰਕੇ ਕਿਉਂਕਿ ਕੱਲ ਇਲੈਕਸ਼ਨ ਦਾ ਇੱਕ ਪੂਰਾ ਰਿਜ਼ਲਟ ਆ। ਪਰਸੋਂ ਅਸੀਂ ਬਹੁਤ ਵੱਡੀ ਇੱਕ ਰੈਲੀ ਕਰ ਰਹੇ ਹਾਂ ਜਿਹਦੇ ਵਿੱਚ ਆਲ ਪੰਜਾਬ ਦੇ ਸਾਰੇ ਵਪਾਰੀਆਂ ਨੂੰ ਇਕੱਠੇ ਕਰਾਂਗੇ ਔਰ ਸਟੀਲ ਪ੍ਰਾਈਸ ਹੋਰ ਜੋ ਵੀ ਸਾਡੀਆਂ ਪ੍ਰੋਬਲਮਾਂ ਉਹਦੇ ਵਿੱਚ ਅੱਗੇ ਤੋਂ ਰਾਜਨੀਤੀ ਬਣਾਵਾਂਗੇ ਅਸੀਂ ਕਰਨਾ ਕੀ ਆ। ਸਰ ਐਸੋਸੀਏਸ਼ਨ ਜਿਹੜੀ ਐਸੋਸੀਏਸ਼ਨ ਚੱਲਦੀ ਰਹੂਗੀ ਜਾਂ ਉਹਨੂੰ ਕੋਈ ਅੱਗੇ ਫੈਸਲਾ ਲਓਗੇ ਕੋਈ ਵਿਸ਼ਕਰਮਾ ਜੀ ਐਸੋਸੀਏਸ਼ਨਾਂ ਸਾਰੀਆਂ ਇਕੱਠੀਆਂ ਕਿਉਂ ਨਹੀਂ ਹੋ ਰਹੀਆਂ ਹੁਣ ਤੱਕ ਜਿਹੜੀਆਂ ਦੇਖਿਆ ਜਾ ਰਿਹਾ ਹੈ ਤੁਹਾਡੇ ਜੋ ਪ੍ਰਧਾਨ ਜੀ ਨੇ ਉਹ ਵੀ ਨਹੀਂ ਇੱਥੇ ਅਜੇ ਤੱਕ ਹੈਗੇ। ਦੇਖੋ ਕੀ ਲੱਗਦਾ ਹੈ ਤੁਹਾਨੂੰ ਕਿ ਇੱਕ ਤੁਸੀਂ ਇਕਜੁੱਟ ਹੋਣ ਦੀ ਗੱਲ ਕਰਦੇ ਹੋ? ਦੇਖੋ ਜਿਹੜੇ ਸਾਡੇ ਨਾਲ ਕੋਈ ਕਾਰਪੋਰੇਟ ਪ੍ਰਧਾਨ ਹੈਗੇ ਆ ਜਿਹੜੇ ਕਿ ਅਸੀਂ ਦੇਖੋ ਮਿਹਨਤ ਕਰ ਰਹੇ ਹਾਂ ਸਾਰੇ ਜਾਣੇ ਅੱਜ ਕੰਮ ਤਾਂ ਉਹਨਾਂ ਦਾ ਕਰਨ ਵਾਲਾ ਸੀਗਾ ਕਰ ਅਸੀਂ ਰਹੇ ਹਾਂ ਪ੍ਰਧਾਨ ਉਹ ਹੈਗੇ ਆ ਜਦ ਕਿ ਉਹਨਾਂ ਨੂੰ ਸਾਰਿਆਂ ਨੂੰ ਇਕੱਠਾ ਕਰਨਾ ਚਾਹੀਦਾ ਇਕੱਠੇ ਅਸੀਂ ਹੋ ਰਹੇ ਹਾਂ। ਉਹਨਾਂ ਨੇ ਤਾਂ ਸੈਂਟਰ ਮਿਸ਼ਨ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਦੇਖੋ ਤੁਸੀਂ ਉਹਨਾਂ ਦੀ ਪੁਰਾਣੀ ਵੀਡੀਓ ਚੈੱਕ ਕਰੋ ਜੀ ਰੇਟ ਘਟਾਦਾ ਉਲਟਾ ਰੇਟ ਅੱਜ 15 ਰੁਪਏ ਕਿਲੋ ਵੱਧ ਗਿਆ ਵਾ। ਸੋ ਇਦਾਂ ਦੇ ਜਿਹੜੇ ਲੀਡਰ ਆ ਉਹਨਾਂ ਤੋਂ ਬਚੋ। ਅੱਜ ਦੇਖੋ ਇਹ ਕੰਮ ਉਹ ਐਸੋਸੀਏਸ਼ਨ ਦਾ ਕਰਨ ਵਾਲਾ ਸੀਗਾ ਜਿਹੜਾ ਕਿ ਅਸੀਂ ਆਪਣੇ ਕਿਉਂਕਿ ਅਸੀਂ ਇੰਡਸਟਰੀਅਲਿਸਟ ਪਿਓਰ ਇੰਡਸਟਰੀਅਲਿਸਟ ਸਾਨੂੰ ਕਰਨਾ ਪਾ ਰਿਹਾ ਐਸੋਸੀਏਸ਼ਨਾਂ ਕੀ ਕਰ ਰਹੀਆਂ ਕੁਛ ਨਹੀਂ ਕਰ ਰਹੀਆਂ। ਉਹ ਆ ਥੋੜੇ ਦਿਨਾਂ ਬਾਅਦ ਦੇਖਿਓ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਫਿਰ ਤਾੜ ਪੀੜੋ ਕਰਕੇ ਫਿਰ ਕੋਈ ਨਾ ਕੋਈ ਹੋਰ ਪਾਸਾ ਲੱਭ ਦੇਣਾ ਜਿੱਦਾਂ ਕਿ ਪਹਿਲਾਂ ਆਪਾਂ ਧਰਨੇ ਲਾਏ ਸੀਗੇ ਉਹਦੇ ਵਿੱਚ ਵੀ ਸਾਨੂੰ ਤਾੜ ਪੀੜੋ ਕੀਤਾ ਇਹਨਾਂ ਨੇ। ਭੋਗਲ ਸਾਹਿਬ ਤੁਸੀਂ ਕੀ ਕਹੋਗੇ ਆਉਣ ਵਾਲੇ ਟਾਈਮ 'ਚ ਤੁਹਾਡੀ ਸਥਿਤੀ ਕੀ ਹੋਊਗੀ ਹਾਲਾਤ ਕੀ ਹੋਣਗੇ? ਦੇਖੋ ਅੱਜ ਜੋ ਸਿਚੁਏਸ਼ਨ ਇੰਡਸਟਰੀ ਦੀ ਚੱਲਦੀ ਪਈ ਆ ਇਹ ਕੋਈ ਅੱਛੀ ਸਿਚੁਏਸ਼ਨ ਨਹੀਂ ਹੈ। ਇਹਦੇ ਵਿੱਚ ਇਹੀ ਲੱਗਦਾ ਵੀ ਆਉਣ ਵਾਲਾ ਜਿਹੜਾ ਇੰਡਸਟਰੀ ਦਾ ਟਾਈਮ ਆ ਉਹ ਕਾਲਾ ਅੱਖਰ ਆ। ਇਹਦੇ ਵਿੱਚ ਇੰਡਸਟਰੀ ਬੰਦ ਹੋਣ ਦੇ ਬਹੁਤ ਚਾਂਸਸ ਹੋਈ ਜਾ ਰਹੇ ਆ ਕਿਉਂਕਿ ਕੋਈ ਵੀ ਚੀਜ਼ ਜਦੋਂ ਆਪੇ ਤੋਂ ਬਾਹਰ ਹੋ ਜਾਂਦਾ ਜਿੱਦਾਂ ਅੱਜ ਪ੍ਰਾਈਸਿਸ ਆ ਇੰਨੀਆਂ ਜ਼ਿਆਦਾ ਵੱਧ ਗਈਆਂ। ਅੱਗੇ ਸਾਡੇ ਜਿਹੜੇ ਅਸੀਂ ਮਾਲ ਬਣਾ ਕੇ ਦਿੰਦੇ ਆ ਉਹ ਦੁਕਾਨਾਂ ਵਾਲੇ ਤੋਂ ਵਿਕਦੇ ਨਹੀਂ ਪਏ ਉਸ ਭਾਅ 'ਤੇ ਕੋਈ ਖਰੀਦਣ ਵਾਲਾ ਨਹੀਂ ਹੈ। ਤੇ ਪਿੱਛੇ ਜੇ ਅਸੀਂ ਫੈਕਟਰੀ ਨਹੀਂ ਚਲਾਉਂਦੇ ਤਾਂ ਜਿੰਨੇ ਇੰਨੀ ਇੰਪਲੋਇਮੈਂਟ ਅਸੀਂ ਜਿਹੜੀ ਦਿੱਤੀ ਹੋਈ ਹੈ MSME ਸੈਕਟਰ ਜਿਹੜਾ ਹੈਗਾ ਇੰਡੀਆ ਦਾ 70% ਬੰਦੀ ਜਿਹੜੇ ਲੇਬਰ ਨੂੰ ਇੰਪਲੋਇਮੈਂਟ ਦਿੰਦਾ ਆ ਤੇ ਸਰਕਾਰ ਕੀ ਚਾਹੁੰਦੀ ਹੈ ਵੀ ਇਹ 70% ਬੰਦੇ ਵਿਹਲੇ ਹੋ ਜਾਣ MSME ਸੈਕਟਰ ਵਿਹਲਾ ਹੋ ਜਾਵੇ। ਜੇ ਸਰਕਾਰ ਇਹੀ ਚਾਹੁੰਦੀ ਹੈ ਤਾਂ ਫਿਰ ਇਸ ਦੇਸ਼ ਦੇ ਵਿੱਚ ਕੰਮ ਕਰਨ ਦਾ ਨਹੀਂ ਰਹਿ ਜਾਏਗਾ ਇੱਥੇ ਲੁੱਟਾਂ ਖੋਹਾਂ ਹੋਣਗੀਆਂ। ਸਰਕਾਰ ਨੂੰ ਚਾਹੀਦਾ ਆ MSME ਸੈਕਟਰ ਨੂੰ ਦੇਖਣ ਇਹਨੂੰ ਬਚਾਉਣ। ਜਿਹੜੇ ਚੀਜ਼ਾਂ ਦੇ ਰੇਟ ਵਧੇ ਨੇ
ਇਹਨਾਂ ਦਾ ਕੋਈ ਵੀ ਵਧਣ ਦਾ ਕਾਰਨ ਨਹੀਂ ਹੈਗਾ। ਇਹ ਸਭ ਇੱਕ ਮਿਲੀ ਭਗਤ ਦੇ ਨਾਲ ਰੇਟ ਵਧਾਏ ਜਾ ਰਹੇ ਨੇ। ਕਾਰਪੋਰੇਟ ਸੈਕਟਰ ਜਿਹੜੇ ਲੋਹਾ ਬਣਾਉਂਦੇ ਨੇ ਉਹਨਾਂ ਨੇ ਮਿਲ ਭਗਤ ਕਰਕੇ ਇੰਨੇ ਰੇਟ ਚੱਕ ਦਿੱਤੇ। ਅੱਜ ਕੋਈ ਵੀ ਚੀਜ਼ ਮਾਰਕੀਟ ਦੇ ਵਿੱਚ ਤੁਸੀਂ ਲੈਣ ਜਾਂਦੇ ਹੋ ਅਵੇਲੇਬਲ ਨਹੀਂ ਹੈ। ਜਿਸ ਕੋਲ ਪਈ ਆ ਉਹਨੇ ਅੰਦਰ ਸਟਾਕ ਕਰ ਲਈ। ਤੇ ਜੇ ਅੱਗੇ ਪਿਆਜ਼ਾਂ ਦਾ ਰੇਟ ਹੋ ਜਾਂਦਾ ਤਾਂ ਸਰਕਾਰ ਕਹਿੰਦੇ ਜੀ ਫਟਾਫਟ ਅਫਗਾਨਿਸਤਾਨ ਤੋਂ ਪਿਆਜ਼ ਮੰਗਾ ਲਓ ਜੀ, ਫਲਾਨੀ ਚੀਜ਼ ਤੋਂ ਮੰਗਾ ਲਓ ਜੀ, ਇਹਨਾਂ ਨੂੰ ਰੇਟ ਥੱਲੇ ਆਉਣਾ। ਅੱਜ ਲੋਹੇ ਨੂੰ ਕਿਉਂ ਨਹੀਂ ਸੋਚਦੀ ਪਈ ਸਰਕਾਰ? ਕੈਮੀਕਲਸ ਬਾਰੇ ਕਿਉਂ ਨਹੀਂ ਸੋਚਦੀ ਪਈ ਸਰਕਾਰ ਵੀ ਇੰਨੇ ਰੇਟ ਵਧੇ, ਅਸੀਂ ਇਹਦਾ ਕੁਝ ਕਰੀਏ? ਤੁਸੀਂ ਰੈਗੂਲੇਟਰੀ ਕਮੇਟੀ ਦੀ ਗੱਲ ਕੀਤੀ ਸੀ ਕਿ ਹਜੇ ਤੱਕ ਉਹਦਾ ਕੁਝ ਹੋਇਆ? ਦੇਖੋ ਰੈਗੂਲੇਟਰੀ ਕਮੇਟੀ ਉਦੋਂ ਅਸੀਂ ਜਦੋਂ ਮਿਨਿਸਟਰ ਸਾਹਿਬ ਆਏ ਸੀ ਉਹਨਾਂ ਨੇ ਕਿਹਾ ਸੀ ਜੀ ਅਸੀਂ ਕਰਾਂਗੇ। ਇਹਦੇ ਉੱਤੇ ਕੁਝ ਨਹੀਂ ਕੀਤਾ ਗਿਆ, ਨਾ ਹੀ ਉਹ ਸੋਚਦੇ ਨੇ। ਔਰ ਬੀਜੇਪੀ ਸਰਕਾਰ ਸਾਨੂੰ ਨਹੀਂ ਲੱਗਦਾ ਵੀ ਉਹ ਚਾਹੁੰਦੀ ਆ ਵੀ ਇਹ ਜਿਹੜੀ MSME ਸੈਕਟਰ ਇਹ ਚੱਲੇ। ਉਹ ਸਿਰਫ ਕਾਰਪੋਰੇਟ ਸੈਕਟਰ ਨੂੰ ਚਲਾਉਣਾ ਚਾਹੁੰਦੀ ਆ। ਇਸ ਕਰਕੇ ਉਹ ਇਹਦੇ ਤੇ ਕੁਝ ਨਹੀਂ ਕਰ ਰਹੇ। ਅੱਗੇ ਜੋ ਆਉਂਦਾ ਵਾਲਾ ਟਾਈਮ ਹੈ ਉਹ ਸਾਡਾ ਤਾਂ ਅੰਧਕਾਰਮਈ ਟਾਈਮ ਲੱਗਦਾ ਪਿਆ ਆ। ਸਰਕਾਰ ਨੂੰ ਇਹਦੇ ਉੱਤੇ ਸੋਚਣਾ ਪਏਗਾ, ਅਦਰਵਾਇਜ਼ ਸਰਕਾਰ ਜਿਹੜੀ ਆ ਇੰਨੇ ਬੰਦੇ ਜਿਹੜੇ ਅਨਐਮਪਲਾਈ ਹੋਣਗੇ ਉਹਦੇ ਨਾਲ ਦੇਸ਼ ਹਾਹਾਕਾਰ ਜੁੜੇ ਆ ਜੀ। 70% ਮੈਂ ਦੱਸ ਰਿਹਾ ਵੀ 70% ਲੇਬਰ ਜਿਹੜੀ ਆ ਹਿੰਦੁਸਤਾਨ ਦੀ ਉਹ MSME ਸੈਕਟਰ ਦੇ ਨਾਲ ਆ, 30% ਕਾਰਪੋਰੇਟ ਸੈਕਟਰ ਦੇ ਵਿੱਚ ਆ। ਲੁਧਿਆਣੇ ਦੇ ਵਿੱਚ ਤੁਸੀਂ ਦੇਖੋ ਵੀ ਕਿੰਨੀ ਛੋਟੀ ਛੋਟੀ ਇੰਡਸਟਰੀ ਆ ਔਰ ਹਰ ਗਲੀ ਦੇ ਵਿੱਚ ਇੰਡਸਟਰੀ ਆ ਔਰ ਹਰ ਗਲੀ ਦੇ ਵਿੱਚ ਲੇਬਰ ਕੰਮ ਕਰਦੀ ਪਈ ਆ। ਹਜ਼ਾਰਾਂ ਦੀ ਤਾਦਾਦ ਵਿੱਚ ਫੈਕਟਰੀਆਂ ਨੇ ਔਰ ਲੱਖਾਂ ਦੀ ਤਾਦਾਦ ਵਿੱਚ ਇੱਥੇ ਬੰਦਾ ਕੰਮ ਕਰਦਾ ਆ ਔਰ ਇੱਦਾਂ ਹੀ ਹਰ ਸ਼ਹਿਰ ਦੇ ਵਿੱਚ ਕੰਮ ਹੋ ਰਿਹਾ। ਪਰ ਇਸ ਬਾਰੇ ਕੋਈ ਸੋਚ ਹੀ ਨਹੀਂ ਰਿਹਾ। ਕਾਰਪੋਰੇਟ ਸੈਕਟਰ ਜਿਹੜਾ ਹੈਗਾ ਜਿੰਨੀ ਉਹਨੇ ਜੇ ਚੱਲਣਾ ਆ ਤੇ ਉਹਨੂੰ MSME ਸੈਕਟਰ ਨੂੰ ਬਚਾਉਣਾ ਪਊਗਾ। ਕੋਈ ਵੀ ਵੱਡਾ ਬੰਦਾ ਆਪਣੇ ਅੰਦਰ ਸਾਰੀਆਂ ਚੀਜ਼ਾਂ ਨਹੀਂ ਬਣਾਉਂਦਾ, ਉਹਨੂੰ MSME ਸੈਕਟਰ ਫੀਡ ਕਰਦਾ ਤਾਂ ਉਹ ਚੱਲਦੇ ਨੇ। ਪਰ ਇੱਥੇ ਅੱਜ ਕੀ ਹੋਇਆ ਹੈ, ਸਰਕਾਰ ਉਹਨਾਂ ਨੂੰ ਬਚਾਉਣ ਲੱਗੀ ਹੋਈ ਹੈ, ਇਹਨਾਂ ਨੂੰ ਮਾਰਨ MSME ਸੈਕਟਰ ਨੂੰ ਮਾਰਨ ਲੱਗੀ ਆ। ਸਰਕਾਰ ਨੂੰ ਇਹ ਸੋਚ ਲੈਣਾ ਚਾਹੀਦਾ, ਨਹੀਂ ਤਾਂ ਦੇਸ਼ ਜਿਹੜੀ ਕਹਿੰਦੇ GDP ਇੰਨੀ ਵੱਧ ਜਾਏਗੀ ਜੇ ਹੋ ਜਾਏਗਾ ਅਸੀਂ ਇੰਨੇ ਦਾ ਕਰਨਾ। ਇਹ ਜਿੰਨਾ ਤੁਸੀਂ GST ਕਹਿੰਦੇ ਆ ਅਸੀਂ ਜੀ 130 ਕਰੋੜ ਰੁਪਈਆ GST ਉਹ 100 ਰੁਪਏ ਵਾਲੀ ਚੀਜ਼ ਜਦ 200 ਰੁਪਏ 'ਚ ਵਿਕਣ ਲੱਗ ਗਈ ਤੇ ਸਰਕਾਰ ਨੂੰ GST ਜਾਂ ਚਲੇ ਗਿਆ। ਅੱਜ ਤੁਸੀਂ ਅੰਕੜੇ ਕੱਢੋ ਵੀ ਜਿੰਨੀ ਪ੍ਰੋਡਕਸ਼ਨ ਹੋ ਰਹੀ ਆ ਕਿਆ ਉਹ ਪ੍ਰੋਡਕਸ਼ਨ ਓਨੀ ਮੇਨਟੇਨ ਹੋ ਰਹੀ ਆ? ਅੱਜ 60% 50% ਦੇ ਉੱਤੇ ਸਾਰੀ ਇੰਡਸਟਰੀ ਚੱਲ ਰਹੀ ਆ। ਪ੍ਰੋਡਕਸ਼ਨਾਂ ਡਾਊਨ ਨੇ, ਸਿਰਫ ਪ੍ਰਾਈਸਿਸ ਰਾਈਜ਼ ਹੋਣ ਕਰਕੇ ਸਰਕਾਰ ਜੋ ਖੁਸ਼ ਹੋਈ ਜਾਂਦੀ ਹੈ ਜੀ ਅਸੀਂ ਇੰਨਾ GST ਇਕੱਠਾ ਕਰ ਲਿਆ। ਇਹਦੇ ਨਾਲ ਗਰੋਥ ਨਹੀਂ ਹੋ ਰਹੀ, डाउनफॉल हो रही है, इंडस्ट्री डाउन जा रही है और बड़ी जल्दी इंडस्ट्री जी है बहुत बंद हो जाएगी। प्रेस एक ऐसी चीज़ है जो एक फायर करती है और उस फायर से जो काम होते हैं वो सब इंडस्ट्री के लिए अच्छे होते हैं। तो मैं आप सबसे ये मुखातिब होकर यही रिक्वेस्ट करूंगा कि ये हमारी आवाज़ ज़रूर आप पहुंचाएं। इसमें क्या है कि जो प्राइस रिविजन्स चल रही हैं वो हम प्राइस रिविजन्स के अगेंस्ट नहीं हैं। हम ये चाहते हैं आपसे कि जो प्राइस रिवीजन हो वो लॉजिकली हो। अगर स्टील हमारा खुद का भारत का एक चीज़ है जिसमें पिग आयरन है या हमारा जो कच्चा लोहा है हमारे अंदर ही होता है, उसकी लेबर है वो हमारे पास है, उसकी जगह है वो हमारे पास है, जो मशीनरी है वो हमारे पास है, तो प्राइस रिवीजन किस चीज़ की? क्या पिग आयरन हम उनको खानों में से निकलना बंद हो गया? किस कारण से 2020 में जो मटेरियल 37 रुपए किलो था आज 2022 में 77 रुपए किलो हो गया? वो कारण क्या है? लेकिन ये कारपोरेट जितने भी घराने, चाहे वो जिंदल ले लो, टाटा ले लो, मित्तल ले लो, जो अब आर्सेलर मित्तल जो नई फैक्ट्री इन्होंने यहाँ पे आई है, अब इन्होंने किया क्या है? सब लोगों ने एक कार्टेल बनाया है जिसके लिए गवर्नमेंट हमेशा अगेंस्ट रहती है, लेकिन इन लोगों के साथ है गवर्नमेंट। हमारी ये आवाज़ उस गवर्नमेंट के कानों तक पहुंचनी चाहिए कि जो स्टील प्राइसेस हैं उनकी रेगुलेशन, उसमें MSME इंडस्ट्री के नुमाइंदे होने चाहिए। अगर हम साइकिल इंडस्ट्री को बिलोंग करते हैं उसमें लोहा लगता है, अगर ऑटो इंडस्ट्री है उसमें लोहा है। अगर मैं साइकिल इंडस्ट्री की बात करूं तो हमारा तकरीबन 2.5% जो लोहा है जो इंडियन इंडस्ट्री के लिए ज़रूरत है सिर्फ 2.5% है। रेलवेज़ के लिए बात करें तो रेलवेज़ के लिए 37% है, ऑटो पार्ट्स के लिए 12% है। इसी तरह अगर सभी इंडस्ट्रीज़ के लिए हम अगर बात करें तो हमारी जो कॉस्ट ऑफ प्रोडक्शन है वो इंक्रीज़ हो रही है। हम ये चाहते हैं कि जो ये लोग इकट्ठे होकर काम कर रहे हैं, कार्टेल बना रहे हैं और हम लोगों की हमारी की जेब खाली हो रही है,
उस चीज़ के ऊपर रोक लगनी चाहिए, क्योंकि वो दिन दूर नहीं है कि एमएसएमई इंडस्ट्री जो कि 70% एम्प्लॉयमेंट जनरेशन एक यूनिट्स हैं, वो अगर हम ही नहीं रहेंगे यूनिट बंद हो जाएंगे, क्योंकि हमारी जेब अगर खाली हो गई तो हम परचेज़ नहीं कर पाएंगे। अगर हम परचेज़ नहीं कर पाएंगे तो हम फैक्ट्री नहीं चला पाएंगे। फैक्ट्री नहीं चला पाएंगे तो 70% जो एमएसएमई यूनिट्स लेबर को लेके आगे बढ़ रही है वो लेबर खाली हो जाएगी। तो क्या गवर्नमेंट को ये महसूस नहीं होगा कि एंटी सोशल एलिमेंट्स होंगे, जिसकी जेब में पेट में खाना नहीं जाएगा तो वो तो खींचेगा ना किसी न किसी की जेब से। ਲਗਾਤਾਰ ਤੁਸੀਂ ਵਿਰੋਧ ਕੀਤਾ, ਧਰਨੇ ਵੀ ਲਗਾਏ ਆ ਤੇ ਹਜੇ ਤੱਕ ਕਮੇਟੀ ਕਿਉਂ ਨਹੀਂ ਬਣੀ ਰਹੀ? ये हमारी जो कमी रही होगी, जिसकी वजह से, या आप लोगों की कमी रही होगी कि हमारी आवाज़ नहीं पहुंचाई। इसीलिए मैं आज, आप हिंदी में, मैंने कहा शायद उनको हिंदी समझ में आती है, सेंटर में हिंदी के लोग हैं ना। अब नेक्स्ट जो मेरी होगा तो मुझे गुजराती सीखनी पड़ेगी। मैं गुजरात से हूँ। आप ये तो कह रहे हैं कि आवाज़ नहीं पहुंची होगी, लेकिन आप ही के यूनाइटेड साइकिल के जो प्रधान है वो खुद मिलके आए हैं सेंट्रल मिनिस्टर से। देखो, उनको मिलके आए हैं। हमारी जो लड़ाई है क्योंकि आप भी वो उसी के साथ ही जुड़े हो। प्राइस गिराने की नहीं है। हमारी प्राइस जो लड़ाई है वो है कि प्राइस को रेगुलेट किया जाए। अगर कच्चे लोहे का एक्स प्राइस है, लेबर वाई है, और उसके लिए बनाने के लिए हमको ओवरहेड जेड पड़ते हैं, तो x + y + z इज द कॉस्ट। उसके ऊपर आप जो प्रॉफिट लेना है 5%, 10%, 15% जो लेना है एक बार ले लो, और उसके बाद वो